ਵਾਹਿਗੁਰੂ महला पंजवा। कोई न किसे संग काहे गर्भिया, एक नाम आधार फौजल तरबिया। मैं गरीब सच टेक तू, मेरे सतगुर पूरे। देख तुम्हारा दर्शनों, मेरा मन तीरे रहा। राज माल जंजाल काज न किते गनो, हर कीर्तन आधार। निचल इहो तनो, जेते माया रंग तेत पचावया। सुख का नाम निदान गुरमुख गावया। सच्चा गुणी निदान, तू प्रभु गैर गंभीरे। आस परोसा खसम का, नानक के जिया रे। प्रभु की जय कृपा निदान, हम हर गुण गावेंगे। हाँ तुमरी करो नित्य आस, प्रभु मोहे कब गल लावेंगे। ज़ाहरा ज़हूर हाजरा हजूर सर्व कला भरपूर समर्थ गुरु। लोक परलोक दे रखियक भगत वशल ज्ञान दे सागर गुरुआं दे गुरु। शब्द गुरु लोक परलोक दे रखियक धन धन श्री गुरु ग्रंथ साहिब महाराज जी दी पावन पवित्र गोद हजूरी दे विच साध संगत जी, असी धनता दे योग बड़ भागे हाँ जिन्हां ते गुरु साहब ने मेहर कीती है, दया कीती है। जदों मेहर दया हुंदी है, जद मेहर दया हुंदी है, समा बदलदा। जदों समा बदलदा ते सुभाव भी नैचुरली बदलदा। जदों सुभाव बदलदा फिर विचार भी बदलते हैं। जद विचार बदलते हैं ते मनुख दा विहार भी बदलता है। जद मनुख दा विहार बदलता है फिर सांझां भी बदलदियां ने। जद सांझां पैंदियां ने जां बदलदियां ने ते मनुख दी जिंदगी दे विच जिसनों असीं कह सकते हैं एक मिल वर्तन की भावना आउंदी है। मिल वर्तन
ਉਹ ਮਿਲਵਰਤਨ ਦੀ ਭਾਵਨਾ ਜਿਹੜੀ ਹੈ ਉਹ ਦੁਨਿਆਵੀ ਰਿਸ਼ਤਿਆਂ ਦੇ ਵਿੱਚ, ਦੁਨਿਆਵੀ ਸਾਕ ਸੰਬੰਧਾਂ ਦੇ ਵਿੱਚ ਅਤੇ ਗੁਰੂ ਦੇ ਨਾਲ ਪ੍ਰੇਮ ਭਾਵਨਾ ਦੇ ਮਿਲਵਰਤਨ ਦੀ ਜਿਹੜੀ ਗੱਲ ਹੈ ਜਾਂ ਭਾਵਨਾ ਇਹ ਜਿਹੜੀ ਹੈ ਪ੍ਰਗਟ ਹੁੰਦੀ ਹੈ। ਸੋ ਗੁਰੂ ਸਾਹਿਬ ਜੀ ਮਿਹਰ ਕਰਨ। ਸੋ ਗੁਰੂ ਸਾਹਿਬ ਨੇ ਸਾਡੇ 'ਤੇ ਦਇਆ ਕੀਤੀ ਹੈ, ਸਾਨੂੰ ਜੇ ਸੰਗਤ ਬਖਸ਼ੀ ਹੈ ਤੇ ਹਾਰੇ ਜ਼ਰੂਰ ਹੋਵਾਂਗੇ। ਜੇ ਗੁਰੂ ਨੇ ਸਾਨੂੰ ਆਪਣੀ ਗੋਦ ਬਖਸ਼ੀ ਹੈ ਤੇ ਲਾਡ ਜ਼ਰੂਰ ਮਿਲੇਗਾ, ਪਿਆਰ ਜ਼ਰੂਰ ਮਿਲੇਗਾ। ਮਾਂ ਬੱਚੇ ਨੂੰ ਜਦ ਗੋਦ ਵਿੱਚ ਬਿਠਾਉਂਦੀ ਹੈ ਕੁਝ ਨਾ ਕੁਝ ਉਹਨੂੰ ਦਿੰਦੀ ਜ਼ਰੂਰ ਹੈ। ਨਿੱਕਾ ਨਿਆਣਾ ਹੋਵੇ ਜਿਹੜਾ ਕੋਈ 6 ਮਹੀਨੇ ਸਾਲ ਦਾ ਜਾਂ ਇੰਨਾ ਕੁ, ਉਹਨੂੰ ਜ਼ਿਆਦਾ ਆਪਣੀ ਕੁੱਛੜ ਵਿੱਚ ਜਾਂ ਗੋਦੀ ਵਿੱਚ ਰੱਖਦੀ ਹੈ। ਗੋਦੀ ਵਿੱਚ ਜਿਹੜਾ ਬੈਠਾ ਹੁੰਦਾ ਉਹਨੂੰ ਜਾਂ ਪੀਣ ਨੂੰ ਦੁੱਧ ਮਿਲ ਜਾਂਦਾ ਹੈ, ਜੇ ਨਾ ਕੁਛ ਮਿਲੇ ਤਾਂ ਉਹਨੂੰ ਲਾਡ ਤਾਂ ਮਿਲਦਾ ਹੀ ਹੈ, ਉਹਨੂੰ ਪਿਆਰ ਤਾਂ ਮਿਲਦਾ ਹੀ ਹੈ, ਉਹਨੂੰ ਆਪਣੀ ਮਾਂ ਦੀ ਗੋਦ ਦਾ ਨਿੱਘ ਛਾਤੀ 'ਤੇ ਮਿਲਦੀ ਹੈ, ਜਿੱਥੋਂ ਉਹ ਆਪਣੀ ਖੁਰਾਕ ਜਿਹੜੀ ਹੈ ਪ੍ਰਾਪਤ ਕਰ ਲੈਂਦਾ। ਅਤੇ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਅੰਕਿਤ ਹੈ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਪ੍ਰਿਤ ਪਾਲੇ ਬਾਰ ਕੀ ਨਿਆਈ ਜੈਸੇ ਮਾਤ ਪਿਤਾ ਹੀ। ਉਹ ਮਾਲਕ ਸਾਨੂੰ ਆਪਣੇ ਬੱਚਿਆਂ ਵਾਂਗ ਆਪਣੀ ਗੋਦ ਵਿੱਚ ਪਾਲਦਾ ਹੈ। ਜਿਵੇਂ ਬੱਚੇ ਨੂੰ ਮਾਂ ਦਾ ਦੁੱਧ ਪੀਣ ਨੂੰ ਮਿਲਦਾ, ਸਾਨੂੰ ਬਾਣੀ ਰਸ ਮਿਲਦਾ ਹੈ ਗੁਰੂ ਦੀ ਗੋਦ ਵਿੱਚ। ਇੰਨਾ ਹੀ ਫਰਕ ਹੈ, ਉੱਥੇ ਦੁੱਧ ਮਿਲਦਾ ਹੈ ਬੱਚੇ ਨੂੰ, ਸਾਨੂੰ ਵੈਸੇ ਬਾਣੀ ਵਿੱਚ ਲਿਖਿਆ ਵੀ ਜਿਹੜਾ ਨਾਮ ਰਸ ਇਹ ਵੀ ਇੱਕ ਦੁੱਧ ਦੀ ਤਰ੍ਹਾਂ ਹੈ, ਖੀਰ ਦੀ ਤਰ੍ਹਾਂ ਬਾਣੀ ਵਿੱਚ ਲਿਖਿਆ। ਅਤੇ ਜਿਹੜੀ ਗੁਰੂ ਦੀ ਬਾਣੀ, ਗੁਰੂ ਦੇ ਬਾਣੀ ਦੀ ਵਿਚਾਰ, ਕੀਰਤਨ, ਕਥਾ ਜੋ ਵੀ ਹੈ ਜਾਂ ਪਾਠ, ਜੋ ਵੀ ਬਾਣੀ ਜਿਸ ਵੀ ਰੂਪ ਦੇ ਵਿੱਚ ਸਾਨੂੰ ਮਿਲਦੀ ਹੈ ਗੁਰੂ ਦੀ ਗੋਦ ਰਾਹੀਂ, ਉਹ ਇੱਕ ਬਹੁਤ ਪਿਆਰਾ ਮਿੱਠਾ ਰਸ ਹੈ। ਅਤੇ ਉਹ ਰਸ ਸਾਡੇ ਜੀਵਨ ਨੂੰ, ਸਾਡੀ ਸੋਚ ਨੂੰ, ਸਾਡੀ ਰਹਿਣੀ ਬਹਿਣੀ ਬੋਲਣੀ ਨੂੰ ਉਹ ਚੇਂਜ ਕਰ ਸਕਦੀ ਹੈ, ਬਦਲ ਸਕਦੀ ਹੈ। ਮਨੁੱਖ ਦੀ ਸੋਚ ਵਿਚਾਰ ਚੇਂਜ ਹੋ ਜਾਣ, ਯੁੱਗ ਬਦਲ ਜਾਂਦਾ ਹੈ। ਮਨੁੱਖ ਦੀ ਸੋਚ ਵਿਚਾਰ, ਧਿਆਨ ਦੇਣਾ, ਮਨੁੱਖ ਦੀ ਸੋਚ ਵਿਚਾਰ ਪਵਿੱਤਰ ਹੋ ਜਾਏ ਤੇ ਸਤਿਯੁਗ ਲੱਗਦਾ ਹੈ। ਮਨੁੱਖ ਦੀ ਸੋਚ ਵਿਚਾਰ ਗੰਦਲੀ ਹੋ ਜਾਏ ਤੇ ਕਲਯੁਗ ਲੱਗਦਾ ਹੈ। ਮਨੁੱਖ ਦੀ ਆਪਣੀ ਅੰਦਰਲੀ ਭਾਵਨਾ ਪਾਕ ਪਵਿੱਤਰ ਹੋਵੇ ਤੇ ਸਤਿਗੁਰ ਲੱਗਦਾ ਜਾਂ ਦਿਸਦਾ। ਅਤੇ ਜਦੋਂ ਮਨੁੱਖ ਦੀ ਸੋਚ ਵਿਚਾਰਧਾਰਾ ਨਫ਼ਰਤ ਵਾਲੀ ਬਣ ਜਾਏ ਤੇ ਫਿਰ ਸਾਰਾ ਸੰਸਾਰ ਦੁਸ਼ਮਣ ਦਿਸਦਾ। ਜਿਹੜੇ ਯੁੱਗ ਲਿਖੇ ਆ ਨਾ ਬਾਣੀ ਦੇ ਵਿੱਚ, ਸਤਯੁਗ, ਸਤ, ਤੇਤਾ, ਜੱਗੀ, ਦੁਆਪਰ, ਪੂਜਾ, ਚਾਰ, ਤਿੰਨੋਂ ਯੁੱਗ, ਤਿੰਨੋਂ ਧਿੜ, ਕਲ ਕੇਵਲ ਨਾਮ ਆਧਾਰ। ਇਹ ਤੇ ਯੁੱਗ ਅਸੀਂ ਇਹ ਪੜ੍ਹਦੇ ਹਾਂ ਵੀ ਇਹ ਤੇ ਬੀਤ ਚੁੱਕੇ ਇੰਨੇ ਕੁਝ, ਤੇ ਪਰ ਇਹ ਬੀਤੇ ਨਹੀਂ। ਮਨੁੱਖ ਦੀ ਜ਼ਿੰਦਗੀ ਦੇ ਦੌਰਾਨ ਇਹ ਯੁੱਗ ਚੱਲਦੇ ਨੇ। ਕਿਸੇ ਯੁੱਗ ਵਿੱਚ ਪੂਜਾ ਦੀ ਮਹਾਨਤਾ, ਕਿਸੇ ਯੁੱਗ ਦੇ ਵਿੱਚ ਬੰਦਗੀ ਕੀਰਤਨ ਦੀ ਮਹਾਨਤਾ, ਕਿਸੇ ਵਿੱਚ ਯੱਗ ਪੂਜਾ ਦੀ ਮਹਾਨਤਾ। ਅਤੇ ਜੇ ਸਾਰੀਆਂ ਚੀਜ਼ਾਂ ਮਨੁੱਖ ਆਪਣੇ ਜੀਵਨ ਦੇ ਦੌਰਾਨ ਕਰ ਰਿਹਾ, ਪੂਜਾ ਵੀ ਕਰ ਰਿਹਾ, ਗੁਰੂ ਦੇ ਨਾਲ ਸ਼ਬਦ ਵਿਚਾਰ ਕੀਰਤਨ ਕਥਾ ਵੀ ਕਰ ਰਿਹਾ, ਸੁਣ ਰਿਹਾ, ਔਰ ਪੁੰਨ ਦਾਨ ਵੀ ਕਰ ਰਿਹਾ, ਅਤੇ ਇਹ ਫਿਰ ਸਾਰੇ ਯੁੱਗ ਉਸ ਦੀ ਜ਼ਿੰਦਗੀ ਦੇ ਵਿੱਚ ਵਾਪਰ ਜਾਂਦੇ ਨੇ। ਜਾਂ ਇੰਝ ਕਹਿ ਸਕਦੇ ਹਾਂ ਉਹਦੀ ਜ਼ਿੰਦਗੀ ਦੇ ਵਿੱਚ ਹਨ। ਇਹ ਨਾ ਕੋਈ ਕਹੇ ਵੀ ਆਪਾਂ ਦੇ ਕਲਯੁੱਗ ਦੇ ਵਿੱਚ ਹੀ ਆਏ ਸੀ ਅਤੇ ਕਲਯੁੱਗ ਦੇ ਵਿੱਚ ਹੀ ਚਲੇ ਜਾਵਾਂਗੇ। ਕਾਹਤੋਂ ਬਾਈ?
इस वेले इत्थे कोई कलयुगी जीव असीं बैठे हैं, इस वेले कलयुग नहीं है। गुरु की गोद विच भी कलयुग होवे ते फिर काहदी गल, इत्थे कोई कलयुग नहीं, इत्थे सतयुग ही है। इसदा मतलब ये जिहड़ी युगां की जानकारी दिती है, ये मनुख की बिरती, मनुख के सुभाਅ के उपर डिपेंड करता भी वो किस युग विच जीना चाहुंदा है। वो सतयुगी हो के जीना चाहुंदा है, वो कलयुगी हो के जीना चाहुंदा है, पुन दान करके जीना चाहुंदा है, जां वो किसी भी युग विच भी नहीं जीना चाहुंदा। ध्यान देना, कोई पढ़ना चाहुंदा है, कोई डिग्री करना चाहुंदा है, कोई मास्टर बनना चाहुंदा है, कोई डॉक्टर बनना चाहुंदा है, कोई ऐसा हुंदा जिहड़ा कुछ भी नहीं करना चाहुंदा। गुस्ताखी माफ, जिहड़ा कुछ भी नहीं करना चाहुंदा, पढ़ना भी नहीं चाहुंदा, तो फिर वो आम बजुर्ग कहंदे हुंदे सी, हुण भी कहंदे होणगे, वो पढ़ लै तू नहीं तो डंगर चारेगा। ये असी पंजाबी लोग कहंदे हाँ, ऐदी कहंदे हैं ना, पढ़ लै 4 जमातां। जे कुछ भी ना पढ़िया तो फिर की करना। इस करके मनुख की जिंदगी जिहड़ी है एजुकेटेड या एजुकेशन दे नाल बहुत ज़्यादा संबंधित है। जिहड़ा असीं यह कथा सुनते हैं या शब्द की विचार सुनते हैं, इनू भी एजुकेट या एजुकेशन कहते हैं। ये वक्री गल है भी एजुकेशन जिहड़ी है ये धार्मिक है, रूहानीयत वाली है, पर है ये भी एजुकेशन, एजुकेट करना, जागृत करना, जगाउणा, जागृत करना, जगाउणा, सुते होए दी बांह फड़ के तोड़ देना। ये कोई की करदी, ये बाणी करदी है ना। ये बाणी कहती है, उठ फरीदा उजू साज सुबह नवाज गुजार। बाबा फरीद जी कहते मैनू अंदरों आवाज़ आती है, मैं मुसलमान हाँ ना, मेरा अल्लाह मैनू कहता फरीदा उठ। जिदा असी सवेर दे वेले नूं कहने हाँ भी अमृत वेला हो गया, उठो भाई। बाबा फरीद जी कहते मैनू मेरे अल्लाह की आवाज़ आती है भी उजू दी नवाज दा 5 नवाजा है ना, मेरा अल्लाह कहता उठ फरीदा उजू साज सुबह नवाज गुजार। जाके ना अल्लाह दे अगे निवाज गुजार, अल्लाह की बंदगी कर, ਉਹਦੇ अगे शीस नवा। उठ फरीदा उजू साज सुबह निवाज गुजार, जो सिर साई ना निवै सो सिर कापी उतार। मेरा अल्लाह कहता, मेरा मालक कहता, मेरा परवतगार कहता, बाबा फरीद जी कहते ओ फरीदा जे तेरा सिर ना झुकिया तो तेरा सिर किसी काम का नहीं, फिर सिर ने ला के परां सुट दईए, किसी काम का नहीं। जे तेरे हथ किसी का भला जे जिंदगी विच ना कर सके तो महाराज जी कहते वड्डे जाने ने, इत्थे ना वड्डे जान, अगे जरूर वड्डे जाने ने। पंक्ति पढ़दा मैं, जे हत्थां दे नाल भला ना कीता, जे हत्थां दे नाल माड़े ही कर्म कीते कड़ा पा के, फिर महाराज जी पता की कहते वड्डिए हथ दलाल के। वड्डिए हथ ये है आसा दीवार दे विच पंक्ति, तां जो समझ लग जाए, कोई डाउट ना रहे। वड्डिए हथ दलाल के मुसफी यह करे, नानक अगे सो मिले जे खट्टे घाले दे। जे हत्थां नाल कोई कर्म गलत करदा है ਜਾਂ ਹੱਥਾਂ ਦੇ ਨਾਲ ਕੋਈ ਵਿਚੋਲਗੀ ਵੀ ਗਲਤ ਕਰਮ ਦੀ ਕਰਦਾ। ਇੱਕ ਗਲਤ ਕਰਮ ਹੱਥਾਂ ਨਾਲ ਕਰਨਾ, ਇੱਕ ਵਿਚੋਲਗੀ ਕਰਨੀ, ਕਿਸੇ ਦਾ ਸਾਥ ਦੇਣਾ। ਤੇ ਮਹਾਰਾਜ ਜੀ ਕਹਿੰਦੇ ਹੱਥ ਉਹਦੇ ਵੀ ਵੱਢੇ ਜਾਂਦੇ ਨੇ, ਧਿਆਨ ਦੇਣਾ, ਉਹਦੇ ਵੀ ਧਾਰਾ ਉੱਤੇ ਵੀ ਲੱਗਦੀ ਹੈ, ਧਾਰਾ ਉੱਤੇ ਵੀ ਲੱਗਦੀ ਹੈ। ਜਦੋਂ ਕੋਈ ਕਿਸੇ ਦਾ ਮਰਡਰ ਕਰਦਾ ਹੈ ਨਾ, ਉਹਦੇ ਵਿੱਚ ਜਿੰਨੇ ਵੀ ਸੰਬੰਧਿਤ ਹੁੰਦੇ ਨੇ ਸਾਰਿਆਂ 'ਤੇ ਅਲੱਗ-ਅਲੱਗ ਧਾਰਾਵਾਂ ਲੱਗਦੀਆਂ ਨੇ। तो जे कोई इस जन्म दे विच आके महाराज जी कहते ने चाहे किसी दी गलत गवाही भरदा धारा जां लेखा उसनूं भी देना पैंदा।
एक ने तो अपराध किया, उन्होंने तो सज़ा मिलनी ही मिलनी है। जिसने अपराधी का साथ दिता, जिसने झूठे बंदे की गवाही दी, सच्ची अदालत दे विच लिखा उहदा भी लिख लिया जाता है। सो वड्डीए हथ दलाल के, दलाली करने वाले दे, हिस्सा लैन वाले दे विचों कमीशन। वैसे विशा दूजे पासे ना चल जाए, जे कमीशन की मैं गल कर ली फिर 90-95% असी सारिਆਂ ने विच आ जाना, फिर बहुत गुस्सा करते हैं, फिर कोई महकमा नहीं बचता, फिर कई मेरे वीर गुस्सा कर लेंदे ने भी ये गल सही नहीं लगती। हुण सरकारी अफसरां नूं तनख्वाहां ते मिलदियां, जे वो कमीशन लई जाण तो फिर वो दर्द बड़ी हुंदी है। जिहड़े भ्रिष्टाचारी लोग ने, जिहड़े कमीशन लैंदे ने, कोई चीज़ विकालदे नहीं उहदा कमीशन लैना, कोई होर तरीके दे नाल ये चीज़ां जिहड़ियां बाणी विच ये वर्जित ने, पर सानू शायद थोड़िया नूं पता होवे, ज़्यादा नूं ना पता होवे। जिवें कोई कहंदा चल तेरा मैं काम कराउना, मैनू ये चीज़ दे देवीं। ये पंक्ति ढुकदी जिहड़ी मैं पहली पढ़ी है, वड्डीए हथ दलाल के, ਇਹਦੇ ਵਿੱਚ ਅਸੀਂ ਸਾਰਿਆਂ ਨੇ ਆ ਜਾਣਾ। मैं ਤੁਹਾਨੂੰ दस रहा, ਇਹਦੇ ਵਿੱਚ ਵਿਆਹ ਸ਼ਾਦੀਆਂ ਕਰਾਉਣ ਵਾਲੇ ਵਿਚੋਲਿਆਂ ਨੇ भी आ जाना, ਜਿਹੜੇ ਸ਼ਾਂਪਾਂ ਛੱਲੇ ਤੇ ਮੁੰਦੀਆਂ ਮੰਗਦੇ ਨੇ ਉਹਨਾਂ ਨੇ भी आ जाना। ये पंक्ति पढ़ लियो, हुण मेरे को टाइम नहीं जे मैं सारा ये बारे दसा। ये पंक्ति जाके पढ़ लैनी, वड्डीए हथ दलाल के। दलाल दे अगे तुसी देखना भी इत्थे जिहड़ा वड्डीए हथ दलाल के लिखिया है ना, दलाल दा महान कोश भाई कान सिंह नाभा, उन्हां दे मुताबक दलाल किहनूं कहंदे ने। ते ओह दलाल दे विच असीं सारे फस जाने ने। 90-95% जिहड़े कमीशन ते हिस्सा मंगदे हैं ना, ये चंगी गल नहीं होंदी। जिहड़ा गुरसिख है वो तो भला करके भी नहीं कहता भी मैनू ये बदले वडियाई मिले। जिहड़ा गुरु नानक दा सिख है ना, वो परिवार वार के भी कहता, गुरु साहब जी कहते पीर बुद्धू शाह की दईए, मंगदा ही नहीं। वो कोई हिस्सा नहीं मंगदा, वो कोई कमीशन नहीं मंगदा। उहदे कहंदा भी कबीर मेरा मुझ में किछ नहीं, जो किछ है सो तेरा, तेरा तुझको सौंप दे क्या लागे मेरा। सो इत्थे हुण एक साखी आउंदी पई बड़ी प्यारी, चलो शॉर्ट दे विच ला ही दिन्ने आ भी गुरु दा सिख कुछ भी करके समाज दे विच किसी दी मदद करके, किसी दी सेवा करके, किसी दा भला करके कमीशन दलाली नहीं मंगदा। वो ते कहंदा तन मन धन सब सौंप गुरु को, हुक्म मनिए भाई। गुरु हरगोबिंद महाराज जी नूं मत्था टेक के संगत जा रही है। गुरु हरगोबिंद महाराज जी नूं मत्था टेक के संगत जाती है, तो उत्थे शब्द ये भी पढ़िया जाता है, जो तो प्रेम खिलन का चाओ, सिर तर तली गली मेरी आओ। इत्थे एक गुरु दा सिख आया, इहदा नाम है भाई हरपाल। ये इतिहास विच साखी है जो मैं विचार शुरू की है। उहदे मुताबक ये गुरु हरगोबिंद महाराज जी के दर्शन करदा, नाम है भाई हरपाल, तो ये सारी बाणी सुनदा है, गुरु दे नाल सच्चा प्रेम करदा ते मत्था टेक के दूर जाके बह जांदा। तो गुरु साहब का ये भी हुक्म सुनदा है भी सतगुर की सेवा करनी चाहिए है। सतगुर की सेवा गाकड़ी, सिर दीजे आप गवाए। ये भी पंक्ति पढ़दा सुनदा, तो ये मन विच ये आस रखदा भी गुरु साहब मैनू भी किधरे कोई सेवा देन, मेरे कोलों भी कोई सेवा लैन। जिहड़े प्रेमी हुंदे ने उन्हां दे अंदर ये चीज़ चलती रहिंदी है भी सानू कोई गुरु आप कह के सेवा लवे। चलो इच्छा है, चंगी गल। भाई हरपाल दे मन में इच्छा भी गुरु साहब किधरे मैनू कोई सेवा लाउण ना, सेवा लाउण ते मैं हथ जोड़ के सेवा प्रवान करां। एक दे सेवा देखो विचार दे विचों विचार आउंदा ते सच्चियां ते खरियां ने। एक दे सेवा मंगदा हथ जोड़ जोड़ के, उन्होंने सेवा नहीं मिलती। एक नूं कहा जांदा सेवा कर लै, वो करदा नहीं। कितना फर्क है, जमी आसमान का फर्क है। एक चाहुंदा है हाय रब्बा मैनू किधरे सेवा मिल जाए, गुरु हरगोबिंद साहब मैनू पातशाह तेरी सेवा मिल जाए। तो एक नूं गुरु गोबिंद सिंह महाराज जी दुनी चंद नूं कहंदे ने हाथी दे नाल लड़ना तैयारी कर। वो लुकदा फिरदा वो भी है,
ਤਾਂ ਹੀ ਕਹਿੰਦੇ ਨੇ ਸਤਿਗੁਰ ਕੀ ਸੇਵਾ ਗਾਖੜੀ ਬੜੀ ਔਖੀ ਹੈ। ਤੇ ਜਿਸ ਨੇ ਕਰ ਦਿੱਤੀ ਨਾ ਕਰ ਦਿੱਤੀ, ਉਹਦੀਆਂ ਫਿਰ ਕੁਲਾਂ ਤਰ ਜਾਣੀਆਂ ਨੇ। ਉਹ ਆਪ ਤਰਨਾ ਨਹੀਂ, ਕੇਵਲ ਉਹਦੀਆਂ ਕੁਲਾਂ ਤਰਨੀਆਂ ਨੇ। ਸੋ ਮਹਾਰਾਜ ਇੱਕ ਦਿਨ ਬੈਠੇ ਨੇ ਤੇ ਇਸ ਸਿੱਖ ਨੇ ਹੱਥ ਜੋੜ ਕੇ ਬੇਨਤੀ ਕਰ ਦਿੱਤੀ, ਮਹਾਰਾਜ ਕੋਈ ਸੇਵਾ ਬਖਸ਼ਿਸ਼ ਕਰੋ ਮੈਨੂੰ। ਮਹਾਰਾਜ ਕਹਿੰਦੇ ਕਾਹਦੀ ਸੇਵਾ ਦਈਏ ਤੈਨੂੰ? ਮਹਾਰਾਜ ਜਿਹੜੀ ਮਰਜ਼ੀ। ਤੇ ਗੁਰੂ ਕੱਲੀ ਸੇਵਾ ਨਹੀਂ ਦਿੰਦਾ, ਗੁਰੂ ਸਭ ਕੁਝ ਦੇਖਦਾ ਹੈ। ਉਹਦਾ ਮਨ ਦੇਖਦਾ, ਉਹਦੀ ਭਾਵਨਾ ਦੇਖਦਾ, ਇੱਛਾ ਦੇਖਦਾ ਵੀ ਇਹ ਸੇਵਾ ਮੰਗਦਾ ਵੀ ਕਿਸ ਭਾਵਨਾ ਨਾਲ ਮੰਗਦਾ। ਕਿਧਰੇ ਇਹਦੇ ਕੋਈ ਅੰਦਰ ਡਿਮਾਂਡ ਤਾਂ ਨਹੀਂ, ਕੋਈ ਮੰਗ ਤਾਂ ਨਹੀਂ, ਕਿਵੇਂ ਇਸ ਤਰ੍ਹਾਂ ਤਾਂ ਨਹੀਂ ਕਿਤੇ ਵੀ ਸੇਵਾ ਥੋੜ੍ਹੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਬਹੁਤਾ, ਕਿਤੇ ਇਸ ਤਰ੍ਹਾਂ ਦੀ। ਇਹ ਸਾਰੀ ਚੀਜ਼ ਜਾਣ ਕੇ ਫਿਰ ਮਹਾਰਾਜ ਜੀ ਉਸ ਮੁਤਾਬਕ ਸੇਵਾ ਦਿੰਦੇ ਨੇ। ਜਾਂ ਇਹ ਵੀ ਹੁੰਦਾ ਵੀ ਗੁਰੂ ਸਾਹਿਬ ਨੇ ਕਿਸੇ ਨੂੰ ਪਰਖਣਾ ਹੁੰਦਾ, ਉਸ ਹਿਸਾਬ ਨਾਲ ਵੀ ਸੇਵਾ ਦਿੰਦੇ ਨੇ। ਜਿਵੇਂ 5 ਪਿਆਰਿਆਂ ਨੂੰ ਪਰਖਿਆ ਸੀ ਮਹਾਰਾਜ ਜੀ ਨੇ, ਕਿੱਡੀ ਵੱਡੀ ਸੇਵਾ ਲਈ ਸੀ ਉਹਨਾਂ ਪਾਸੋਂ, ਐਡੀ ਵੱਡੀ ਸੇਵਾ। ਇਹ ਗੁਰੂ ਦੀ ਮਰਜ਼ੀ ਹੈ। ਪਰ ਇਹ ਸੇਵਾ ਦੇ ਵਿੱਚ ਜਿਹੜਾ ਧਿਆਨ ਦੇਣਾ, ਜਦੋਂ ਕੋਈ ਸੇਵਾ ਕਰਦਾ ਉਹਦੇ ਵਿੱਚ ਧਿਆਨ ਦੇਣਾ, ਨਰਾਦਰੀ, ਮਾਣਹਾਨੀ, ਇਹ ਚੀਜ਼ ਜਿਹੜੀ ਹੈ ਨਾ, ਨਿੰਦਿਆ, ਇਹ ਸਭ ਤੋਂ ਪਹਿਲਾਂ ਹੋਣੀ ਹੈ। ਜਿਹੜਾ ਕੋਈ ਸਿਮਰਨ ਭਜਨ ਜਾਂ ਸੇਵਾਦਾਰ ਹੈ, ਉਸ ਦੀ ਬੁਰਾਈ ਅਤੇ ਨਿੰਦਿਆ ਉਹ ਮੰਨ ਕੇ ਚੱਲੇ ਵੀ ਜੇ ਕਿਧਰੇ ਡੋਲ ਗਿਆ ਤੇ ਫਿਰ ਰਹਿ ਜਾਣਾ। ਕਿਉਂਕਿ ਦੁਨੀਆ ਖਿਤਾਬ ਦਿੰਦੀ, ਖਿਤਾਬ। ਬੁਰਿਆਂ ਦੇ ਅੱਗੇ ਤੇ ਕੋਈ ਖੜਦਾ ਨਹੀਂ। ਧਿਆਨ ਦੇਣਾ, ਕੋਈ ਹੋਵੇ ਨਾ ਡਰਿੰਕ ਕਰਨ ਵਾਲਾ ਸ਼ਰਾਬੀ, ਤੇ ਉਹਦੇ ਸਾਹਮਣੇ ਉਹ ਨਾ ਮੂੰਹ ਦੇ ਉੱਪਰ ਕੱਪੜਾ ਰੱਖ ਕੇ ਭੱਜ ਜਾਂਦੇ ਨੇ, ਦੌੜ ਜਾਂਦੇ ਨੇ ਲੋਕ ਵੀ ਇਹ ਬੰਦਾ ਖਰਾ ਨਹੀਂ, ਇਹ ਲੜੇਗਾ, ਝਗੜਾ ਕਰੇਗਾ। ਜਿਹੜਾ ਹੁੰਦਾ ਸ਼ਰੀਫ ਤੇ ਉਹਦੇ ਨਾਲ ਖਹਿੰਦੇ ਨੇ ਦੁਨੀਆ ਦੇ ਲੋਕ, ਉਹਦੇ ਨਾਲ ਝਗੜਾ ਕਰਦੇ ਨੇ। ਜਿਹੜੇ ਸ਼ਰੀਫ ਹੁੰਦੇ ਨੂੰ ਪਤਾ ਵੀ ਸ਼ਰੀਫ ਬੰਦੇ ਨੇ ਕੀ ਕਹਿਣਾ। ਪਰ ਸ਼ਰੀਫ ਦਾ ਇਨਸਾਫ ਰੱਬ ਕਰਦਾ। ਰੱਬ ਐਸੀ ਮਾਰ ਮਾਰਦਾ ਵੀ ਉਹ ਝੱਲ ਨਹੀਂ ਸਕਦਾ। ਭਗਤਾਂ ਦੇ, ਰੱਬ ਦੇ ਪਿਆਰੇ ਤੇ ਭਗਤਾਂ ਦਾ ਐਸਾ ਗਹਿਰਾ ਰਿਸ਼ਤਾ, ਜਿੰਨੇ ਵੀ ਭਗਤਾਂ ਦੀਆਂ ਸਾਖੀਆਂ ਪੜ੍ਹੀ ਦੀਆਂ ਉਹ ਕੁਛ ਵੀ ਨਹੀਂ ਬੋਲਦੇ, ਉਹ ਆਪਣੇ ਮਾਲਕ 'ਤੇ ਛੱਡ ਦਿੰਦੇ ਨੇ। ਮਾਲਕ ਫਿਰ ਇਨਸਾਫ ਬੜੀ ਛੇਤੀ ਕਰਦਾ। ਸੋ ਭਾਈ ਹਰਪਾਲ ਕਹਿੰਦਾ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਸੇਵਾ ਦਿਓ। ਮਹਾਰਾਜ ਜੀ ਨੇ ਨਾਲ ਹੀ ਪਰਖ ਵੀ ਰੱਖ ਦਿੱਤੀ ਵੀ ਇਹ ਸੇਵਾ ਬੜੀ ਚਿਰ ਦੀ ਇੱਛਾ ਰੱਖਦਾ ਪਿਆ, ਵੀ ਨਾਲ ਹੀ ਪਰਖ ਵੀ ਰੱਖ ਦਿੰਦੇ ਆ। ਪਰਖ ਵੀ ਨਾਲ ਹੀ ਮਹਾਰਾਜ ਜੀ ਕਹਿੰਦੇ ਵੀ ਇੱਦਾਂ ਕਰ ਵੀ ਸਿੱਖਾ। ਉਦੋਂ ਕਿਉਂਕਿ ਜਿਹੜਾ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਜੀਵਨ ਸੀ ਇਹ ਰਾਜਿਆਂ ਵਰਗਾ ਸੀ, ਸ਼ਾਹੀ ਠਾਠ ਬਾਠ ਸੀ। ਜਿਵੇਂ ਬਾਦਸ਼ਾਹ ਹੁੰਦੇ ਨੇ ਵੱਡੇ ਵੱਡੇ, ਇੱਦਾਂ ਦੇ ਹੀ ਸੀ। ਜਿੱਦਾਂ ਗੁਰੂ ਨਾਨਕ ਦੇਵ ਮਹਾਰਾਜ ਜੀ, ਇਹਨਾਂ ਦਾ ਜੀਵਨ ਜਿਹੜਾ ਬੜਾ ਸਿੰਪਲ ਸੀ, ਜ਼ਿਮੀਂਦਾਰਾਂ ਵਾਲਾ ਸੀ। ਜ਼ਿਮੀਂਦਾਰਾਂ ਵਾਲਾ ਆਮ ਸਾਦੇ ਕੱਪੜੇ ਪਹਿਨਦੇ ਹੁੰਦੇ ਸੀ। ਅਤੇ ਜਿਹੜੇ ਗੁਰੂ ਹਰਗੋਬਿੰਦ ਮਹਾਰਾਜ ਜੀ ਸੀ ਇਹ ਬਾਦਸ਼ਾਹਾਂ ਵਾਂਗੂ ਰਹਿੰਦੇ ਸੀ। ਕਲਗੀ ਲਾਣੀ ਉਹਨਾਂ ਨੇ ਮਹਿੰਗੀ, ਔਰ ਸੋਹਣੇ ਬਸਤਰ ਔਰ ਸੋਹਣਾ ਜੋੜਾ ਗੁਰੂ ਸਾਹਿਬ ਨੇ, ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਪਾਉਣਾ। ਅਤੇ ਜਿਹੜੇ ਐਸੇ ਠਾਠ ਬਾਠ ਵਾਲੇ ਹੁੰਦੇ ਸੀ ਰੱਬ ਦੇ ਪਿਆਰੇ, ਫਿਰ ਉਹ ਪੰਛੀ, ਜਾਨਵਰ, ਘੋੜੇ, ਹਾਥੀ, ਇੱਦਾਂ ਦਾ ਉਹਨਾਂ ਨੂੰ ਸ਼ੌਂਕ ਹੁੰਦਾ ਸੀ। ਜਿਹੜੇ ਰਾਜੇ ਹੁੰਦੇ ਸੀ ਉਹਨਾਂ ਨੂੰ ਇਹ ਚੀਜ਼ਾਂ ਦਾ ਸ਼ੌਂਕ ਸੀ। ਉਹਨਾਂ ਨੇ ਮੋਰ ਰੱਖਣੇ, ਪੰਛੀ ਰੱਖਣੇ। ਅਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿੰਦੇ ਵੀ ਸਿੱਖਾ ਸੇਵਾ ਕਰਨੀ ਚਾਹੁੰਦਾ ਤੇ ਇੱਦਾਂ ਕਰ। ਇੱਕ ਪਠਾਨ ਦੇ ਕੋਲ ਬੜਾ ਹੀ ਪਿਆਰਾ ਇੱਕ ਤੋਤਾ ਹੈ। ਆਮ ਕਰਕੇ ਤੋਤੇ ਜਿਹੜੇ ਨੇ ਘਰਾਂ ਦੇ ਵਿੱਚ ਰੱਖੇ ਜਾਂਦੇ ਹਨ ਅੱਜ ਵੀ। ਮਹਾਰਾਜ ਜੀ ਕਹਿੰਦੇ ਉਹ ਤੋਤਾ ਲਿਆ ਦੇ, ਬਸ ਇੰਨੀ ਕੁ ਸੇਵਾ ਕਰ ਲੈ। ਕਹਿੰਦੇ ਮਹਾਰਾਜ ਜੀ ਇਹ ਕਿਹੜੀ ਸੇਵਾ, ਕੋਈ ਗੱਲ ਨਹੀਂ, ਤੋਤਾ ਲੈ ਆਉਂਦੇ ਹਾਂ। ਇਹ ਲਿਖੀ ਹੋਈ ਸਾਖੀ ਹੈ। ਮਹਾਰਾਜ ਜੀ ਦੇ ਕੋਲੋਂ ਆਗਿਆ ਲੈ ਕੇ ਮੈਂ ਪਹਿਲਾਂ ਬੇਨਤੀ ਕੀਤੀ ਹੈ, ਜਿਹੜੀ ਪੰਕਤੀ ਚੱਲੀ ਸੀ ਦਲਾਲੀ ਵਾਲੀ, ਕਮਿਸ਼ਨ ਵਾਲੀ, ਉਹਦੇ ਨਾਲ ਜੁੜਦੀ ਸਾਖੀ ਲਾਈ ਹੈ। ਮਹਾਰਾਜ ਜੀ ਕਹਿੰਦੇ ਬਈ ਜਾਇਆ ਲੈ ਆ। ਇਹ ਪਠਾਨ ਪਾਸ ਚਲਾ ਗਿਆ। ਪਠਾਨ ਨੂੰ ਕਹਿੰਦਾ ਬਈ ਮੈਨੂੰ ਇਹ ਤੇਰਾ ਜਿਹੜਾ ਤੋਤਾ ਤੂੰ ਰੱਖਿਆ ਬੜਾ ਸੋਹਣਾ ਸੁੰਦਰ ਹੈ, ਮੇਰੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਇਹਦੀ ਮੰਗ ਰੱਖੀ ਹੈ, ਮੈਨੂੰ ਦੇ ਦੇ। ਉਹ ਪਠਾਨ ਜਿਹੜਾ ਉਹ ਸੋਚਣ ਲੱਗ ਪਿਆ ਵੀ ਇਹ ਗੁਰੂ ਦਾ ਸਿੱਖ ਹੈ ਅਤੇ ਗੁਰੂ ਦੀ ਖੁਸ਼ੀ ਬਦਲੇ ਇਹਦਾ ਮੁੱਲ ਬੜਾ ਮਹਿੰਗਾ ਤਾਰ ਸਕਦਾ। ਜਦੋਂ ਕੋਈ ਚੀਜ਼ ਕਿਸੇ ਨੂੰ ਪਸੰਦ ਆ ਜਾਏ,
ਉਹ ਡਬਲ ਮੁੱਲ ਵੀ ਦੇ ਦਿੰਦਾ। ਧਿਆਨ ਦੇਣਾ, ਜਦੋਂ ਕਿਸੇ ਨੂੰ ਕੋਈ ਚੀਜ਼ ਪਸੰਦ ਆ ਜਾਏ ਮਾਰਕੀਟ ਵਿੱਚ ਹੋਵੇ ਨਾ, ਉਹਦਾ 4 ਗੁਣਾ ਮੁੱਲ ਵੀ ਉਹ ਦੇ ਦਿੰਦਾ। ਅਤੇ ਗੁਰੂ ਦੀ ਖੁਸ਼ੀ ਬਦਲੇ ਤੇ ਸਿੱਖ ਸਭ ਕੁਝ ਹੀ ਅਰਪਣ ਕਰ ਦਿੰਦਾ, ਜਿਹਨੂੰ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨੀਏ ਪਾਈਏ। ਅਤੇ ਉਹ ਸਿੱਖ ਕਹਿੰਦਾ ਵੀ ਤੋਤਾ ਦੇ ਦੇ, ਮੈਂ ਗੁਰੂ ਸਾਹਿਬ ਅੱਗੇ ਭੇਟ ਕਰਨਾ। ਕਹਿੰਦਾ ਵੀ ਇਹ ਤੇਰੇ ਕੋਲ ਖਰੀਦਿਆ ਨਹੀਂ ਜਾਣਾ, ਬਹੁਤ ਮਹਿੰਗਾ ਹੈ। ਕਹਿੰਦਾ ਮਹਿੰਗਾ ਤੂੰ ਦੱਸ ਦੇ ਸਹੀ, ਜੇ ਮੈਨੂੰ ਘਰ-ਬਾਰ ਵੀ ਵੇਚਣਾ ਪੈ ਗਿਆ ਗੁਰੂ ਦੇ ਬਦਲੇ, ਤੇ ਮੈਂ ਖਰੀਦ ਕੇ ਗੁਰੂ ਦੇ ਅੱਗੇ ਭੇਟਾ ਕਰਨਾ। ਹੁਣ ਤਾਂ ਗੁਰੂ ਨੇ ਮੰਗ ਲਿਆ, ਮੈਂ ਤਾਂ ਉਹਨੂੰ ਦੇ ਕੇ ਹੀ ਆਉਣਾ। ਕਹਿੰਦਾ ਨਹੀਂ, ਚਲਿਆ ਜਾ, ਤੇਰੇ ਵੱਸ ਦੀ ਗੱਲ ਨਹੀਂ, ਤੂੰ ਖਰੀਦ ਨਹੀਂ ਪਾਏਂਗਾ, ਤੇਰੇ ਕੋਲ ਧਨ ਵੀ ਨਹੀਂ ਇੰਨਾ। ਕਹਿੰਦਾ ਨਹੀਂ, ਮੈਂ ਲੈਣਾ ਹੀ ਲੈਣਾ, ਜੋ ਮਰਜ਼ੀ, ਮੇਰਾ ਆਪਣਾ ਆਪ, ਮੈਂ ਕਿਉਂ ਨਾ ਵਿਕ ਜਾਵਾਂ, ਇਹ ਲੈਣਾ ਜ਼ਰੂਰ ਹੈ। ਕਹਿੰਦਾ ਦੇਖ ਲੈ, ਸੋਚ ਲੈ। ਕਹਿੰਦਾ ਠੀਕ ਹੈ। ਕਹਿੰਦਾ ਫਿਰ ਇੱਦਾਂ ਕਰ ਵੀ ਤੋਤਾ ਜੇ ਲੈਣਾ ਹੈ ਤੇ ਤੇਰੀ ਇੱਕ ਜਵਾਨ ਭੈਣ ਹੈ, ਉਹਨੂੰ ਮੇਰਾ ਸਾਕ ਦੇ ਦੇ, ਮੇਰੇ ਉਹਨੂੰ ਘਰ ਭੇਜ ਦੇ, ਉਹਦੇ ਨਾਲ ਮੈਂ ਨਿਕਾਹ ਕਰਨਾ ਤੇ ਮਿਲ ਜੂਗਾ। ਸਿੱਖ ਸੋਚਣ ਲੱਗ ਪਏ ਵੀ ਜੇ ਕੋਈ ਪੈਸਾ ਹੁੰਦਾ ਤਾਂ ਮੈਂ ਕੋਈ ਇਕੱਠਾ ਕਰਕੇ ਦੇ ਦਿੰਦਾ, ਜ਼ਮੀਨ ਵੇਚ ਦਿੰਦਾ, ਮੈਨੂੰ ਨੌਕਰ ਬਣਾ ਲੈਂਦਾ, ਦਾਸ ਬਣਾ ਲੈਂਦਾ, ਅਤੇ ਹੁਣ ਇਹਨੇ ਕਿਹੜੀ ਮੰਗ ਰੱਖ ਦਿੱਤੀ। ਕਹਿੰਦਾ ਚੱਲ ਕੋਈ ਗੱਲ ਨਹੀਂ, ਮੇਰੇ ਵੱਲੋਂ ਨਾ ਨਹੀਂ, ਮੈਂ ਆਪਣੀ ਭੈਣ ਦੇ ਨਾਲ ਸਲਾਹ ਕਰਕੇ ਆਉਣਾ। ਆਪਣੀ ਭੈਣ ਨੂੰ ਕਹਿੰਦਾ, ਉਹ ਵੀ ਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਧੀ ਸੀ। ਕਹਿੰਦਾ ਵੀ ਗੁਰੂ ਸਾਹਿਬ ਨੇ ਮੰਗ ਰੱਖ ਦਿੱਤੀ ਹੈ ਮੇਰੀ ਇਹ ਭੈਣੇ, ਵੀ ਜਿਹੜਾ ਪਠਾਨ ਹੈ ਉਹ ਤੈਨੂੰ ਉਸ ਨੇ ਮੰਗਿਆ, ਤੇਰੇ ਨਾਲ ਉਸ ਨੇ ਨਿਕਾਹ ਕਰਨਾ, ਤੈਨੂੰ ਉਸ ਨੇ ਆਪਣੀ ਦਾਸੀ ਬਣਾ ਕੇ ਰੱਖਣਾ, ਜੇ ਤੈਨੂੰ ਮਨਜ਼ੂਰ ਹੈ ਤਾਂ ਦੱਸ ਕਿਵੇਂ ਹੈ। ਉਹ ਕਹਿੰਦੀ ਵੀਰ ਕੋਈ ਗੱਲ ਨਹੀਂ, ਗੁਰੂ ਦੀ ਸੇਵਾ ਦੇ ਬਦਲੇ ਜੇ ਮੈਨੂੰ ਆਪਣਾ ਜੀਵਨ ਵੀ ਇਸ ਤਰ੍ਹਾਂ ਨਿਸ਼ਾਵਰ ਕਰਨਾ ਪਵੇ, ਕੁਰਬਾਨ ਕਰਨਾ ਪਵੇ, ਤਾਂ ਮੈਂ ਤਿਆਰ ਹਾਂ। ਜਾ ਕੇ ਪਠਾਨ ਨੂੰ ਕਹਿ ਦੇ ਮੇਰੀ ਭੈਣ ਤੇਰੇ ਨਾਲ ਨਿਕਾਹ ਕਰਨ ਵਾਸਤੇ ਤਿਆਰ ਹੈ, ਤੇਰੀ ਦਾਸੀ ਬਣਨ ਵਾਸਤੇ ਤਿਆਰ ਹੈ, ਜਾਂ ਕੁਛ ਵੀ, ਅਤੇ ਮੈਂ ਤਿਆਰ ਹਾਂ। ਉਹ ਜਾ ਕੇ ਕਹਿੰਦਾ ਸਿੱਖ ਵੀ ਹਾਂ ਮੇਰੀ ਭੈਣ ਜਿਹੜੀ ਹੈ ਉਹ ਤੇਰੇ ਪਾਸ ਆਉਣ ਦੇ ਲਈ ਤਿਆਰ ਹੈ, ਅਤੇ ਹੁਣ ਤੋਂ ਮੈਨੂੰ ਇਹ ਜਿਹੜਾ ਤੋਤਾ ਇਹ ਮੈਨੂੰ ਦੇ ਦੇ, ਮੈਂ ਗੁਰੂ ਸਾਹਿਬ ਦੇ ਅੱਗੇ ਭੇਟਾ ਕਰਨਾ। ਉਸ ਦਾ ਮਨ ਸੀ ਚੰਚਲ, ਉਸ ਦਾ ਮਨ ਸੀ ਖਰਾਬ ਪਠਾਨ ਦਾ। ਕਹਿੰਦਾ ਬਈ ਕਿਉਂਕਿ ਜਿਹੜੇ ਇਹ ਪਠਾਨ ਲੋਕ ਹੁੰਦੇ ਸੀ, ਇਹਨਾਂ ਦੀਆਂ ਕਈ ਬੇਗਮਾਂ ਹੁੰਦੀਆਂ ਸੀ, 2-2 4-4 5-5 ਸ਼ਾਦੀਆਂ ਵਿਆਹ ਕਰਦੇ ਸਨ। ਇਹਦੀ ਪਹਿਲਾਂ ਵੀ ਬੇਗਮ ਹੈ, ਉਹਨਾਂ ਨੂੰ ਦਾਸੀਆਂ ਬਣਾ ਕੇ ਰੱਖਣ, ਨੌਕਰ ਬਣਾ ਕੇ ਰੱਖਣ, ਉਹਨਾਂ ਦੀ ਮਰਜ਼ੀ ਹੈ। ਅਤੇ ਉਹ ਕਹਿੰਦਾ ਸਿੱਖ ਨੂੰ ਵੀ ਤੂੰ ਤਾਂ ਆਪਣੀ ਭੈਣ ਨਾਲ ਸਲਾਹ ਕਰ ਲਈ, ਮੈਂ ਵੀ ਆਪਣੀ ਬੇਗਮ ਨਾਲ ਸਲਾਹ ਕੀਤੀ ਹੈ। ਮੇਰੀ ਬੇਗਮ ਕਹਿੰਦੀ ਹੈ ਮੈਂ ਇੱਕ ਨਹੀਂ 2 ਰਿਸ਼ਤੇ ਚਾਹੀਦੇ ਨੇ, ਇੱਕ ਤੇਰੀ ਧੀ ਦਾ ਵੀ ਚਾਹੀਦਾ। ਇਹ ਸੁਣ ਕੇ ਉਹ ਹੋਰ ਹੈਰਾਨ ਹੋ ਗਿਆ। ਇਹ ਸਾਖੀ ਲਿਖੀ ਹੋਈ ਹੈ, ਕੋਈ ਕਿਸੇ ਨੇ ਜੇ ਪੜ੍ਹਨੀ ਹੈ ਤਾਂ ਮੇਰੇ ਕੋਲ ਬੁੱਕਸ ਪਈ ਹੈ, ਕਿਤੇ ਇਹ ਨਾ ਕੋਈ ਸਮਝੇ ਵੀ ਭਾਈ ਸਾਹਿਬ ਆਪਣੇ ਕੋਲੋਂ ਸੁਣਾਈ ਜਾਂਦੇ। ਇੱਦਾਂ ਦੀ ਦੁਨੀਆ ਵੀ ਬਹੁਤ ਹੈ। ਮੈਂ ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਸੁਣਾਉਂਦਾ ਹੁੰਦਾ, ਉਹ ਪਹਿਲਾਂ ਮੇਰੇ ਕੋਲ ਸਬੂਤ ਹੁੰਦਾ, ਉਹਦੇ 20 ਪ੍ਰਮਾਣ ਹੁੰਦੇ ਨੇ, ਅਤੇ ਜੇ ਕਿਸੇ ਨੇ ਪੁੱਛਣਾ ਹੋਵੇ ਤਾਂ ਸੋਚ ਸਮਝ ਕੇ ਬੜੇ ਤਰੀਕੇ ਦੇ ਨਾਲ ਆ ਕੇ ਬਹਿ ਕੇ ਪੁੱਛੇ, ਕਾਹਲੀ ਨਾ ਕਰੇ। ਇਸ ਕਰਕੇ ਕੋਈ ਵੀ ਚੀਜ਼, ਕੋਈ ਵੀ ਸਾਖੀ ਜਿਹੜੀ ਹੈ, ਕੋਈ ਵੀ ਪ੍ਰਮਾਣ, ਇਹ ਬਗੈਰ ਪੜ੍ਹੇ ਅਤੇ ਬਗੈਰ ਸੁਣੇ ਮੈਂ ਤੁਹਾਡੇ ਨਾਲ ਸਾਂਝਾ ਨਹੀਂ ਕਰਦਾ। ਸੋ ਇਹ ਸਾਖੀ ਲਿਖੀ ਹੋਈ ਹੈ ਔਰ ਬੜੇ ਮਹਾਂਪੁਰਸ਼ਾਂ ਨੇ ਸੁਣਾਈ ਹੋਈ ਹੈ, ਰੱਬ ਦੇ ਪਿਆਰਿਆਂ ਨੇ। ਸੋ ਇਹ ਕਹਿੰਦਾ ਵੀ ਆਪਣੀ ਧੀ ਦਾ ਵੀ ਹੁਣ ਮੈਨੂੰ ਰਿਸ਼ਤਾ ਕਹਿ ਲਈਏ ਜਾਂ ਉਹਨੂੰ ਵੀ ਮੇਰੇ ਪਾਸ ਲੈ ਕੇ ਆਏਗਾ, ਤਾਂ ਮੈਂ ਗੁਰੂ ਤੇਰੇ ਦੀ ਸੇਵਾ ਬਦਲੇ ਇਹ ਜਿਹੜਾ ਤੋਤਾ ਤੈਨੂੰ ਦੇਣਾ। ਉਹ ਉਸੇ ਤਰ੍ਹਾਂ ਫਿਰ ਗਿਆ, ਆਪਣੀ ਪਤਨੀ ਦੇ ਨਾਲ, ਧੀ ਦੇ ਨਾਲ ਸਲਾਹ ਕਰਦਾ ਵੀ ਉਹ ਪਠਾਨ ਇਸ ਤਰ੍ਹਾਂ ਕਹਿੰਦਾ। ਉਹ ਧੀ ਵੀ ਜਿਹੜੀ ਸੀ ਗੁਰਮਤ ਵਾਲੀ ਸੀ, ਉਸਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਆਪਣੇ ਬਾਪ ਨੂੰ ਵੀ ਮੈਨੂੰ ਮਨਜ਼ੂਰ ਹੈ, ਜੇ ਮੇਰੀ ਜਿੰਦ ਲੇਖੇ ਲੱਗਦੀ ਹੈ ਗੁਰੂ ਦੇ ਤੇ ਮੈਨੂੰ ਮਨਜ਼ੂਰ ਹੈ, ਮੈਨੂੰ ਮਨਜ਼ੂਰ ਹੈ। ਉਹ ਭੈਣ ਅਤੇ ਧੀ ਦੋਨਾਂ ਨੂੰ ਲੈ ਕੇ ਪਠਾਨ ਦੇ ਕੋਲ ਚਲਾ ਗਿਆ। ਕਹਿੰਦਾ ਵੀ ਆ ਲੈ, ਇਹ ਸੀ ਤੇਰੀ ਸ਼ਰਤ, ਅਤੇ ਤੂੰ ਹੁਣ ਮੈਨੂੰ ਗੁਰੂ ਦੀ ਸੇਵਾ ਬਦਲੇ ਜੋ ਤੋਤਾ ਗੁਰੂ ਨੇ ਮੰਗਿਆ ਸੀ, ਇਹ ਮੈਨੂੰ ਪਿੰਜਰਾ ਦੇ ਦੇ, ਅਤੇ ਮੇਰੀਆਂ ਧੀ ਅਤੇ ਭੈਣ ਆ ਤੇਰੇ ਦਰ 'ਤੇ ਹਾਜ਼ਰ ਹੈ। ਉਹ ਕਹਿੰਦਾ ਠੀਕ ਹੈ। ਉਸਨੇ ਤੋਤਾ ਲਿਆ,
अपनी भैन ते धी नूं पठानकोट छड्ड के ते गुरु साहब के दरबार में चला गया। तो गुरु साहब तख्त ते बैठे हुए ने, संगतां मत्था टेकदियां पईयां ने ते असीसां लैंदियां पईयां ने। इन्हें पिंजरा लिया तो गुरु हरगोबिंद महाराज जी के अगे रख के ते नमस्कार करके ते पिछे नूं जाके ते दूर जाके बह गया। उन्हें ये दसिया ही नहीं, महाराज जी तुसीं मैनूं सेवा लाई सी, मैं सेवा दे चलिया। ध्यान देना, उन्हें क्या ही नहीं जाके गुरु हरगोबिंद महाराज जी नूं भी ये मैं तोता किद्दां लैके आया, अपनी भैन ते अपनी धी नूं पठान दे पास छड्ड के आया। उन्हें नहीं आगे कहा, उन्हें आगे कहा ही नहीं भी मैं किन्नी औखी सेवा की है। ये प्रमाण, ये साखी सानू दसदी है भी सेवा करके कदी भी उसनूं दिखाईदा नहीं, दिखावा नहीं करीदा। ध्यान देना, सेवा दा दिखावा, सेवा जिहड़ी है उसका प्रभाव घटना है। किसी भी चीज़ का दिखावा उहदी बरकत विच घाट आउंदी है। बड़ी बारी मैं दसिया, पर गुस्ताखी माफ साडे ते इदां चलदा है, खास करके सारे गुरु घरां दी मैं गल करदा। जे किसी का नाम किसी प्रबंधक कोलों जां ग्रंथी कोलों भुल भुलेखे रह जाए ना लिखना, तो लोग कहते हैं ये हेरा फेरी करदा है, ये चोर है। सच्ची गल है ना, अपने कोलों जिन्ने मर्जी दुनिया कोलों भुलेखे लग जाण, घरां विच कदी लग्या कि नहीं किसी नूं? 50 वारी लगते हैं भुलेखे घर दे विच। जे किसी प्रबंधक कोलों जां किसी ग्रंथी साहब कोलों जां किसी होर कोलों कोई भुलेखा लग जाए तो दुनिया दियां नज़रां कहंदियां ने ये तो बंदा हेरा फेरी वाला है। आपस को बाणी की पंक्ति सुने हो, कहते आपस को दीर्घ कर जाने औरन को लगमात। कहता मैं तो सही, मैं थोड़ा जिंदगी में कभी भुलेखा खाना, गलती करदा, गलती जे करदा तो दूजा ही करदा इंसान। कहता मैं थोड़ा करदा, पर बाबा फरीद जी कहते तू अपने वाल जे निगाह मार के देखेगा ना, 1 मिनट दे विच किन्नियां करदा, गिनती भी नहीं हो सकती। तू तो गल ही छड्ड दे, 24 घंटे की गल छड्ड, 1 मिनट दे विच किन्नियां हुंदियां ने, गिनती नहीं हो सकती। अपने गिरीवान में सिर नीवां कर देख, ये गुरु दा सिख गुरु दे अगे भेटा रख के दसिया ही नहीं भी मैं केड़ी कुर्बानी करके लियाया, ते पिछे जाके बह गया। उधर पठान कहंदा उसदी धी ते भैन नूं मैं तुहानूं अपनियां बेगमां बनाउणा। वो कहंदियां वीर ऐदा ना कह, असी दासियां बन के रह सकदियां, तेरे घर जिहड़ी सेवा कर कहेगा करांगी। तो जे तू कहें भी मैं बेगमा बनाउणा, तू साडा पति बनना, तो ये गल छड्ड दे। क्योंकि असी अपना तन मन धन सब सौंप गुरु को हुक्म मनीए पाइए। साडी जिंद साडी जान गुरु हरगोबिंद पातशाह जी की अमानत है, उन्हों की है। तू ना ये चीज़ करी जिमें लिखिया। कहते उसने जबरदस्ती करनी चाही उन्हों दे नाल, ते की होया, उसनों अखियां तो दिखना ही बंद हो गया। अखियां दी जोत ही उसकी जाती रही। तो जदों उसनों ये पता लग्या भी मैं ये तो बहुत वड्डा पाप कर रहा सी, फिर वो हथ जोड़ के उन्हें उस भैन के धी कोलों माफ़ी मंगदा, कहंदा भी मैनू बख्शा दिओ, मैनू बख्शा दिओ, मेरे को वड्डी भुल हो गई। वो कहंदियां भी असी की बख्शना है, तो गुरु हरगोबिंद महाराज जी का कौतक है। कहंदा फिर मैनू ना पास लै जाओ। वो फिर गुरु पास जो लैके जाते ने, उधर सिख ने तो दसिया कोई नहीं भी इधर असी मैं की करके आया, कितना सेवा की। तो वो जाके जो हाथ जोड़ता महाराज जी संगत दे विच कहंदे कहंदे भाई हरपाल भी कित्थे बैठा, तू इधर आ जा, खड़ा हो जा। उन्होंने खड़ा कर दिता। दूर बैठा सी वो संगत दे विच। महाराज जी आप तख्त तों उठ के कहते तुर के वो पास गए नंगे पैरी, उन्होंने अपने कलावे विच लिया के ते तख्त दे कोल सारी संगत दे सामने ले आंदा। महाराज जी कहते भाई सिखा एडी वड्डी सेवा करके तू कुछ बोलिया ही नहीं, कुछ दसिया ही नहीं, एडी कुर्बानी कर आया। नहीं महाराज जी ये तो तुसी आप ही लीला रचाई है, मैं की है। कबीर मेरा मुझ में कुछ नहीं, मेरी धी मेरी भैन हाय हाय दीन दयाल भरोसे तेरे सब परिवार चढ़ाया बेड़े, मेरा परिवार मेरे जी मेरे नहीं है, ये तो तेरे ही ने, तू ही बेड़े में चढ़ा के इन्हों पार करना। मेरी की औकात है भी मैं इन्हों पार ला दें।
मेरी क्यों औकात है मैं इन्हां दी पालना पोषना करदिआं मालक तू सानू पार लंघाउण वाला है। गुरतार तारन हारिया महाराज जी ने अपनी गलवकड़ी दे विच भाई साहब नूं लैके बख्शिशां कर दित्तियां। वो पठान ने गुरु साहब के चरनां ते नक रगड़ी भी महाराज जी मैनू माफ़ कर दिओ, मेरे को बहुत वड्डी गलती हो गई, अगे तो मैं गलती नहीं करांगा। महाराज जी ने उसनूं माफ़ किया ते उस सिख दी भैन ते धी नूं असीसां दित्तियां, बख्शिशां कीतियां ते गले दे नाल लाया ते उन्हां नूं अपनी नज़र दे नाल, जिनको नज़र कर्म तिनकार नानक नदरी, नज़र निहाल अपनी नज़र दे नाल उन्हां नूं हमेशा ही मुक्त कर दिता। आप मुक्त करे संसार, नानक तिस जन को सदा नमस्कार। सो मैं विचार ये कर रहा सी भी एक पंक्ति जिहड़ी पढ़ी सी, वड्डीए हथ दलाल के मुसफी ये करे भी कदी भी कुछ करन दे बदले किसी कोलों हिस्सा नहीं लईदा, कमीशन नहीं लईदा। जे कोई किसी धी भैन का सिर जोड़दा है ना तो ये ना कहे भी मैं शांपा छल्ले ते मुंदरियां लैनियां, गुरु नहीं अलाउ करदा। ये गुरु की बाणी दे विच लिखिया होया बहुत ज़्यादा, ये रहत मर्यादा विच भी लिखिया होया। ते मैं संत बाबा प्रेम सिंह महाराज का जीवन जिहड़ा पढ़िया ना, जिहड़े उन्होंने मते पास कीते सी उहदे विच भी लिखिया है। उहदे विच ते संत बाबा प्रेम सिंह जी ने यह लिखिया भी जिहड़ा इस तरह करदा है उहदे नाल रोटी बेटी की कोई सांझ ही ना रखे, उहदे नाल कोई रिश्ता ही ना रखे जिहड़ा इस तरह करदा है। जो लोभी है कोई दाज का जां किसी कमीशन का लालच करदा है, जां किसी दी धी का रिश्ता जोड़ के जो कोई इदां दी चीज़ करदा है तो कहंदे उन्होंने छड्डो, उन्होंने छड्ड ही दिओ। संत बाबा प्रेम सिंह महाराज जी जे किसी ने पढ़ना होवे ना, ज्ञानी चेत सिंह की बुक है हैड ग्रंथी दरबार साहब हरमंदर साहब, उन्होंने समकाली ने उन्होंने अपनी किताब में लिखा, उत्थों पढ़ लेना क्लीयर हो जाएगा भी ये वाकई ही कोई लिखत है। इस करके गुरु की सेवा के बदले जां किसी के भले के बदले कुछ मंगी दा नहीं। जे भला भी करना तो भला करके कर्म करके छड़ दिओ, रब बहुत छेती आवेगा। तो जे भला करके वो बहुत एक प्यारा व्यंग है, वह भी साझे कर दिंने आ, देश प्रदेश संगत सुनती है। वो माई किसी नूं दस दिता, किसी माई नूं संत फकीर ने भी लंगर छकाईदा उहदे नाल रब मिलदा, लंगर पानी छकाउण दे नाल। उन्हें किसी ने रब दे प्यारे नूं अपने घर बुला लिया, कहंदी लंगर छको फकीर जी। वो कहंदा अच्छा माई लंगर छक लैने आ। कहंदी बह जाओ। कहंदा लंगर काहतों छकाउणा? कहंदी भी मैं सुनिया भी इहदे नाल रब छेती मिलदा। कहंदा अच्छा चलो कोई नहीं लंगर छक लैने। और लंगर बेचारी ने पा दिता, उन्हें छकाउण लई वास्ते बिठा दिता। वो छकदा पिया, सब्जी खांदा, दाल फुलका छकदा पिया। तो वो जी दाल फुलका रख के वो पानी भुल गई। एक लॉजिक के तौर पर, व्यंग के तौर पर एक चीज़ है भी असीं किन्नी छेती करते हैं भी सानूं फल मिल जाए। वो कोठे ते चढ़ के उपर छत ते खड़ी हो गई। वो कहंदा बीबा पानी ते दे जा, मिर्च लगदी पई है, तू कित्थे गई? कहंदी मैं छत ते चढ़ी हाँ, मैं रब नूं देखदी पई हाँ, रब कित्थे पहुँचे, रब आउंदा तां नहीं पिया। ओहो कहंदा इधर मेरे संग दे विच फस जानी गराई, ते किते मेरी मौत ही ना हो जाए, पहले पानी पिला दे, जल छका दे, वो बाद च देखी रब। मतलब इस तरह दे जे कोई भावना रखदा भी लो जी मैनू तो छेती हो जाए, छेती मिल जाए, छेती मिल जाए। फिक्स डिपॉजिट भी साल बाद देंदे ने सानू ब्याज, FD कराउने ना साल की 2 साल की। हर चीज़ का ढंग है, हर चीज़ का तरीका है। इस करके गुरु के चरणों के सेवा करी जाइए। फिर जो गुरु ने किते मेहर करनी है ना, जो गुरु ने सिद्धियां पाउणियां ने ना, फिर नहीं सांभिया जाना बख्शियां, फिर दे खुशियां ते खुशियां ही आउणियां ने। इक्को वारी उसने सब कुछ कर देना, इक्को वारी सब कुछ दे देना उसने। फिर कहना दिंदा दे लैंदे थक पाए, जुगा जुगंदर खाही खाए। वो दिन लागे आ रहा, हर कोई ये समझे वो मेरा खुशियां वाला दिन लागे आ रहा। कह रविदास आस लग जीवो, काली नहीं करनी, सेवा पुण्य दान करके हाय मिलिया ही नहीं, उन्होंने तो मिल गया, मैनू अजे मिलिया ही नहीं। पता नहीं रब ने जदों देना तो फिर सब कुछ ही दे देना, देवेगा। महाराज जी कहते तेरी एक तिल भी जड़ी है ना, तिल भी जड़ा वो मैं तेरा वेस्ट नहीं जान दिया, तिल नूं भी भाग लावांगा।
महाराज कहते जे मैं लेखा तेरे को तिल दा लेना तो फिर तेरा कीता पुन्न, तेरा कीता दान, तेरी कीती सेवा मैं पतत पावन हर बिरद सदाए, एक तिल नहीं भन्ने घाले, तेरी कीती सेवा तिल दी। जे चाहे कोई कीड़े मकोड़े के मूँह दे भी तेरा तिल चल गया ना, सेवा का फल तां भी दिन मिलेगा। ये गुरु नानक महाराज ने साखी में दसिया। जो कोई किसी जानवर, कोई कुकर नूं, कोई शुकर किसी के मूँह दे भी अन्न जल चला जाए ना, तो महाराज जी कहते वह तैनों फल मिल जाना। इतने कोई बंदे साढ़े को बहुता कोई खा जाने तो कहते हैं भी वह खा गया, और जे किसी के मूँह दे कोई अन्न जल चला गया तो तेरा भला ही होना। जे किसी ने किसी का रखिया छक लिया ना, किसी के घर की रोटी जल छक लिया ना, वह देनदार हो गया। ये ना समझियो भी उन्होंने देना नहीं पैना। इस करके देना रब ने है, पर उसने देना जरूर है। इस करके किसी को छका के, किसी को पिया के ये ना मन लेना भी यदा मिलना नहीं, वह मिलेगा जरूर। सो गुरु साहब मेहर करन, कृपा करन, चढ़दियाँ कलां बख्शण, हर मैदान फतेह करन। इन्नी सेवा प्रवान भुलां चुकां दी खिमा। वाहिगुरू जी का खालसा, वाहिगुरू जी की फतेह।